नौजवानों च बहुत उत्साह ਜਿਹੜੇ ਇੱਥੇ ਦੇ ਜੰਮੇ ਪਲੇ ਹੋਏ ਨੇ ਇੱਥੇ ਦੇ ਪੜ੍ਹਨ ਆਏ ਨੇ ਜਾਂ ਪੜ੍ਹ ਰਹੇ ਨੇ ਤੇ ਅੱਜ ਉਹਨਾਂ ਲਈ ਸਪੈਸ਼ਲ ਇਹ ਪੰਜਾਰਾ ਜਿਹੜਾ ਸੀਗਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਫਰੈਂਕਫਰਟ ਦੇ ਸਿਟੀ ਸੈਂਟਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਉਪਰਾਲੇ ਨਾਲ ਉਹਨਾਂ ਬਾਕੀ ਜਥੇਬੰਦੀਆਂ ਜੋ ਇਸ ਸੰਘਰਸ਼ ਨੂੰ ਲੜ ਰਹੀਆਂ ਨੇ ਉਹਨਾਂ ਨੂੰ ਸਫਲਤਾ ਦਿਵਾਉਣ ਲਈ ਆਏ ਦਿਨ ਅਸੀਂ ਫਰੈਂਕਫਰਟ ਦੇ ਵਿੱਚ ਕਿਸਾਨਾਂ ਦੇ ਹੱਕ ਵਿੱਚ ਮੁਜ਼ਾਹਰੇ ਕਰ ਰਹੇ ਹਾਂ। ਪਹਿਲਾਂ ਵੀ 3-4 ਕਾਰ ਰੈਲੀਆਂ ਹੋ ਚੁੱਕੀਆਂ ਨੇ, ਲਗਾਤਾਰ 7 ਦਿਨ ਉੱਥੇ ਐਮਬੈਸੀ ਦੇ ਮੂਹਰੇ ਵੀ ਮੁਜ਼ਾਹਰਾ ਹੋਇਆ ਤੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਨੂੰ ਪਤਾ ਹੈ ਕਿ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਬਣਾਏ ਗਏ ਹਨ, ਉਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਪੂਰੇ ਭਾਰਤ ਦਾ ਜੋ ਕਿਸਾਨ ਹੈ ਉਹ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰ ਰਿਹਾ ਹੈ। ਉਸ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਵਿੱਚ ਜਰਮਨ ਦੇ ਫਾਰਮਰ ਪ੍ਰੋਟੈਸਟ ਨੌਜਵਾਨਾਂ ਵੱਲੋਂ ਅੱਜ ਜੋ ਕਿਸਾਨ ਜਥੇਬੰਦੀਆਂ ਵੱਲੋਂ ਹਿੰਦੁਸਤਾਨ ਦੇ ਵਿੱਚ 12 ਵਜੇ ਤੋਂ ਲੈ ਕੇ 3 ਵਜੇ ਦੀ ਜੋ ਚੱਕਾ ਜਾਮ ਦੀ ਕਾਲ ਦਿੱਤੀ ਹੋਈ ਸੀ, ਉਸ ਕਾਲ ਨੂੰ ਹਮਾਇਤ ਦੇਣ ਲਈ ਜਰਮਨ ਦੇ ਨੌਜਵਾਨਾਂ ਵੱਲੋਂ ਅੱਜ ਜੋ ਜਰਮਨ ਦੇ ਸ਼ਹਿਰ ਫਰੈਂਕਫਰਟ ਦੇ ਵਿੱਚ ਜੋ ਮੇਨ ਬਾਜ਼ਾਰ ਦੇ ਵਿੱਚ ਅੱਜ ਉਹ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਲਈ ਇੱਥੇ ਪ੍ਰੋਟੈਸਟ ਰੱਖਿਆ ਗਿਆ ਸੀ। ਇਸ ਪ੍ਰੋਟੈਸਟ ਦੇ ਵਿੱਚ ਜਰਮਨ ਲੋਕਾਂ ਤੱਕ ਆਵਾਜ਼ ਪਹੁੰਚਾਉਣ ਲਈ ਜੋ ਜਰਮਨ ਦੇ ਵਿੱਚ ਜੋ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ, ਜੋ ਪਿਛਲੇ ਸਮੇਂ 26 ਜਨਵਰੀ ਤੋਂ ਬਾਅਦ ਇਸ ਤਰੀਕੇ ਦੇ ਨਾਲ ਇਸ ਫਾਸ਼ੀਵਾਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਉੱਤੇ ਜੋ ਕਹਿਰ ਢਾਇਆ ਗਿਆ, ਜੋ ਉੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ, ਕਿਸ ਤਰੀਕੇ ਦੇ ਨਾਲ ਜੋ ਕਿਸਾਨਾਂ ਦਾ ਇੰਟਰਨੈਟ ਬੰਦ ਕੀਤਾ ਗਿਆ, ਉੱਥੇ ਨਾਲ ਹੀ ਪਾਣੀ ਅਤੇ ਜੋ ਸ਼ਾਲੇ ਦੀਆਂ ਸਹੂਲਤਾਂ ਸਨ ਉਹਨਾਂ ਤੋਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਗਿਆ, ਉਸ ਮਨੁੱਖੀ ਹੱਕਾਂ ਦੀ, ਉਸ ਮਨੁੱਖੀ ਅਧਿਕਾਰਾਂ ਦੀ ਜੋ ਮੋਦੀ ਸਰਕਾਰ ਨੇ ਇਹ ਉਲੰਘਣਾ ਕਰਕੇ ਜੋ ਜ਼ੁਲਮ ਢਾਏ ਗਏ ਉੱਥੇ ਕਿਸਾਨਾਂ ਉੱਪਰ, ਉਸ ਜ਼ੁਲਮਾਂ ਦੀ ਆਵਾਜ਼ ਉਠਾਉਣ ਲਈ ਇੱਥੇ ਜਰਮਨ ਦੇ ਨੌਜਵਾਨਾਂ ਨੇ ਜੋ ਅੱਜ ਫਰੈਂਕਫਰਟ ਦੇ ਵਿੱਚ ਮੇਨ ਬਾਜ਼ਾਰ ਦੇ ਵਿੱਚ ਇਹ ਆਵਾਜ਼ ਉਠਾਈ ਜਾ ਰਹੀ ਹੈ। ਇਸ ਆਵਾਜ਼ ਦੇ ਵਿੱਚ ਜੋ ਜਰਮਨ ਦੇ ਵਿੱਚ ਹੀ ਅੱਜ ਉਹ ਪੇਪਰ ਵੀ ਵੰਡਿਆ ਜਾ ਰਿਹਾ ਹੈ, ਕਿਉਂਕਿ ਇਹ ਜਰਮਨ ਦੇਸ਼ ਮਨੁੱਖੀ ਅਧਿਕਾਰਾਂ ਮਨੁੱਖੀ ਹੱਕਾਂ ਦਾ ਰਾਖਾ ਦੇਸ਼ ਮੰਨਿਆ ਗਿਆ ਹੈ। ਇਸੇ ਕਰਕੇ ਇੱਥੇ ਦੇ ਜਰਮਨ ਲੋਕਾਂ ਅਤੇ ਜਰਮਨ ਸਰਕਾਰ ਤੱਕ ਉਸ ਕਿਸਾਨਾਂ ਦੀ ਆਵਾਜ਼ ਪਹੁੰਚਾਉਣ ਲਈ ਜੋ ਨੌਜਵਾਨਾਂ ਨੇ ਇਹ ਅੱਜ ਦਾ ਪ੍ਰੋਟੈਸਟ ਰੱਖਿਆ ਗਿਆ ਹੈ ਤੇ ਉਸ ਹਿੰਦੁਸਤਾਨ ਦੇ ਵਿੱਚ ਜੋ ਕਿਸਾਨਾਂ ਦੀ ਆਵਾਜ਼, ਜੋ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਇਹ ਸੰਘਰਸ਼ ਅੱਜ ਪੂਰੀ ਦੁਨੀਆ ਵਿੱਚ ਫੈਲ ਚੁੱਕਾ ਹੈ। ਅੱਜ ਦੁਨੀਆ ਦੀਆਂ ਜੋ ਮਹਾਨ ਹਸਤੀਆਂ ਹਨ, ਜੋ ਜਿਨ੍ਹਾਂ ਨੂੰ ਲੋਕ ਦੁਨੀਆ ਦੇ ਵਿੱਚ ਸੁਣਦੇ ਹਨ ਜਾਂ ਲਾਈਕ ਕਰਦੇ ਹਨ, ਜੋ ਰਿਹਾਨਾ ਵਰਗੀ ਇੱਕ ਪੌਪ ਸਿੰਗਰ ਤੇ ਇਸੇ ਤਰ੍ਹਾਂ ਜੋ ਵਾਤਾਵਰਨ ਪ੍ਰੇਮੀ
जो एक 16 साल की नौजवान उस बच्ची ने इस किसानां दी जो शांतमई चल रहे संघर्ष ਅਤੇ ਉੱਥੇ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਦੇ ਪ੍ਰਤੀ ਗ੍ਰੇਟਾ ਥਨਬਰਗ ਨੇ ਆਵਾਜ਼ ਉਠਾਈ। ਅਸੀਂ ਜਿੱਥੇ ਇਹਨਾਂ ਲੋਕਾਂ ਦੇ ਧੰਨਵਾਦੀ ਹਾਂ, ਉੱਥੇ ਹੀ ਹਿੰਦੁਸਤਾਨ ਦੇ ਉਹ ਫਿਰਕਾ ਪ੍ਰਸਤ ਲੋਕਾਂ ਨੇ ਰਿਹਾਨਾ ਜਾਂ ਥਨਬਰਗ ਤੇ ਇੱਥੇ ਤੱਕ ਜੋ ਅਮਰੀਕਾ ਦੀ ਵਾइस प्रेजिडेंट कला दे जो भांजी है उसने भी अपनी आवाज उठाई कि उस हिंदुस्तान के फासीवादी लोगों ने उन्होंने हिंदुस्तान दे विच जो पुतले साड़े गए हैं, असीं उन्हां दी जोर निखिती करते हैं अते किसानां नूं विश्वास दिलाउंदे हैं कि जो उन्हां दा संघर्ष चलदा है उन्हां दी जिੱਤ तक ਅਸੀਂ ਉਹਨਾਂ ਦਾ ਹਰ ਤਰ੍ਹਾਂ ਇੱਥੇ ਜਰਮਨ 'ਚ ਰਹਿੰਦੇ ਹੋਏ ਸਹਿਯੋਗ ਕਰਾਂਗੇ। ਜਿੱਥੇ ਅਸੀਂ ਤਨ ਮਨ ਧਨ ਦੇ ਤੌਰ ਤੇ ਉਹਨਾਂ ਕਿਸਾਨਾਂ ਦੀ ਹਮਾਇਤ ਕਰਨੀ ਹੈ, ਉੱਥੇ ਨਾਲ ਹੀ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਕਿਸਾਨਾਂ ਦੀ ਹਰ ਪੱਖ ਤੋਂ ਆਵਾਜ਼ ਉਠਾਈ ਜਾ ਰਹੀ ਹੈ ਤੇ ਆਵਾਜ਼ ਉਠਾਉਂਦੇ ਰਹਾਂਗੇ, ਕਿਉਂਕਿ ਇਸ ਕਿਸਾਨੀ ਸੰਘਰਸ਼ ਨੇ बहुत कुछ बदलिया है। सानू इस गल की आस भी है कि साडे जो जर्मन के नौजवानों ने ये जिहड़ा बीड़ा लम्मे चर तो जब तो किसानी संघर्ष चल रहा है उस तो अपने सिर चक्या है। हुण लगभग जो कि तीजा चौथा प्रोटेस्ट फ्रैंकफर्ट विच नौजवान ने जो ਜਰਮਨ ਭਾਸ਼ਾ ਦੇ ਵਿੱਚ ਲਿਟਰੇਚਰ ਆ ਜਿਹੜਾ ਉਹ ਲੋਕਾਂ ਨੂੰ ਵੰਡ ਰਹੇ ਨੇ, ਉਹਨਾਂ ਨੂੰ ਜਾਗਰੂਕ ਕਰਨ ਦੇ ਲਈ, ਤਾਂ ਕਿ ਵਿਦੇਸ਼ਾਂ ਦੇ ਵਿੱਚ ਜਿਸ ਤਰ੍ਹਾਂ ਆਵਾਜ਼ ਬੁਲੰਦ ਕਰੀ ਆ ਉਸੇ ਤਰ੍ਹਾਂ ਜਰਮਨ ਦੇ ਲੋਕ ਵੀ ਇਹਨਾਂ ਨੂੰ ਪੜ੍ਹ ਕੇ ਭਾਰਤ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ। ਇਹ ਨੌਜਵਾਨਾਂ ਨੇ ਜਿਹੜਾ ਉਪਰਾਲਾ ਕੀਤਾ, ਇਹ ਕਿਤਾਬ 'ਚ ਵੰਡ ਰਹੇ ਨੇ, ਬੈਨਰ ਇਹਨਾਂ ਕੋਲ ਨੇ ਤੇ ਜਰਮਨ ਭਾਸ਼ਾ ਦੇ ਵਿੱਚ ਇਹ ਆਪਣਾ ਆਵਾਜ਼ ਬੁਲੰਦ ਕਰਦੇ ਨੇ। ਉਹ ਜਰਮਨ ਵਿੱਚ ਅੱਜ ਦੇ ਦਿਨ ਲਈ ਆਪਣੇ ਵਿਚਾਰ ਰੱਖੇਗੀ ਕਿ ਅੱਜ ਸਾਡਾ ਜੋ ਇਹ ਪ੍ਰੋਟੈਸਟ ਕਰਨ ਦਾ ਕੀ ਮਹੱਤਵ ਹੈ, ਕੀ ਏਮ ਹੈ। ਆਓ ਆਪਾਂ ਹੁਣ ਜਰਮਨ ਵਿੱਚ ਜੋ ਵਿਚਾਰ ਸਰਵਣ ਕਰੀਏ। Hallo, schönen guten Tag zusammen. Wir haben uns heute hier versammelt, um auf die derzeitige Situation in Delhi aufmerksam zu machen. Und zwar ist es die aktuelle Situation in Indien, in der Hauptstadt Delhi, zurzeit sehr angespannt. Worum es sich hierbei handelt: Die Bauern in Indien sind zurzeit dabei, einen Protest durchzuführen, der gegen die unrechtmäßig eingebrachten Agrargesetze in Delhi sich bezieht. Sie protestieren jetzt derzeit schon seit fast 3 Monaten an der Grenze zu Delhi, versammeln sich dort. Regelmäßig kommen weitere Bauern aus ganz Indien hinzu, um ihren Protest dort fortzuführen. Warum wir auf diese Situation aufmerksam machen möchten, ist, als es dazu kam, als die Bauern aus vor allem dem Bundesstaat Punjab und aus weiteren Bundesstaaten in Indien heranreisten, wurden sie mit polizeilicher Gewalt unterdrückt. Sie wurden mit Tränengas begegnet, sie wurden mit Schlagstöckern zurückgewiesen. Das verstößt eindeutig gegen die Menschenrechte, nämlich ganz friedlich gegen unrechtmäßig eingebrachte Gesetze zu demonstrieren. Jetzt ist die Situation so weit angespannt, dass die Protestanten versucht werden, weiter von Delhi fernzuhalten. Es wurde mittlerweile Elektrizität für sie abgeschafft, es wurde das Wasser abgeschafft. Die Demonstranten in Indien haben zurzeit keine Möglichkeit, sanitäre Anlagen aufzusuchen. Das Internet wurde sogar heruntergeschaltet bzw. abgeschafft, sodass die Demonstranten nicht mit der Außenwelt kommunizieren können. Das ist eine klare Unterdrückung von Menschenrechten, die notwendig sind, um auf dieses Thema aufmerksam zu machen. Die Regierung
möchte dieses Thema so offen nicht kundgeben und möchte das versuchen zu unterdrücken. Gott sei Dank haben wir jetzt die Aufmerksamkeit mittlerweile von internationalen Medien bekommen, die vor allem durch einen Tweet von Rihanna, der R&B- und Popsängerin, jetzt vor 3 Tagen kundgegeben wurde. Sie hat darauf aufmerksam gemacht, warum man nicht über dieses Thema Farmers Protest in Indien spricht. Demnach haben sich viele internationale Stars noch angeschlossen, um auf dieses Thema aufmerksam zu machen. Wie Amanda Cerny, eine bekannte Schauspielerin, Mina Harris, die Nichte von der US-Vizepräsidentin Kamala Harris. Ja, genau, viele Bilder gingen dann jetzt rum, dass auch Bilder von Greta Thunberg, von der Nichte von Kamala Harris, mittlerweile in Indien verbrannt werden, weil sie internationale Präsenz nun auch für das Thema aufgezeigt haben. Unser Ziel ist es einfach nur, dass Sie uns bitte unterstützen, um auf dieses Thema aufmerksam zu machen, dass diese Menschen, die seit 3 Monaten in Delhi sitzen, ohne ihre Familien, friedfertig protestierenden Menschen, dass sie bald wieder zurück zu ihren Familien zurückkehren können und dieses Thema sich legt. Die Forderung der Bauern ist, dass diese 3 unrechtmäßig eingebrachten Agrargesetze nun zurückgenommen werden. Das ist das Ziel. Vielen Dank für Ihre Aufmerksamkeit und wir würden uns freuen, wenn Sie dieses Thema publik machen, sei es in Ihrem Freundeskreis, sei es über soziale Medien. Nutzen Sie gerne den Hashtag Farmers Protest. Vielen Dank für Ihre Aufmerksamkeit. Bei Fragen steht Ihnen jeder, glaube ich, aus dieser Runde bereit, um Sie da weiter aufzuklären und Ihre Fragen zu beantworten. Vielen Dank. ਇਹ ਸੀ ਸਾਡੇ ਇੱਥੇ ਜਰਮਨ ਦੇ ਵਿੱਚ ਇਸ ਨੌਜਵਾਨ ਨੇ ਜੋ ਜਰਮਨ ਦੇ ਵਿੱਚ ਅੱਜ ਦੇ ਇਸ ਪ੍ਰੋਟੈਸਟ ਬਾਰੇ ਆਪਣੇ ਵਿਚਾਰ ਰੱਖੇ ਹਨ। ਹੁਣ ਮੈਂ ਜੋ ਇਹ ਜਰਮਨ ਦੇ ਨੌਜਵਾਨ ਗੁਰਵਿੰਦਰ ਸਿੰਘ ਨੂੰ ਦਿੰਦਾ ਹਾਂ ਮੈਂ ਕਿ ਉਹ ਜਰਮਨ ਭਾਸ਼ਾ ਵਿੱਚ ਜੋ ਅੱਜ ਦੇ ਇਸ ਕਿਸਾਨੀ ਸੰਘਰਸ਼ ਪ੍ਰਤੀ ਆਪਣੇ ਵਿਚਾਰ ਰੱਖੇ। ਗੁਰਵਿੰਦਰ ਸਿੰਘ। Hallo, guten Tag zusammen. Wie meine Vorrednerin schon alles detailliert berichtet hat, um weitere Informationen zu erlangen, laufen Kollegen von mir hier durch die Gegend mit Flyer. Die können Sie dann den Flyern entnehmen. Und ich möchte mehr auf den Punkt eingehen, wieso wir überhaupt hier sind. Was möchten wir denn hier von der deutschen Regierung oder beziehungsweise den deutschen Bürgern? Unser Ziel ist es einfach nur, Aufmerksamkeit zu erregen und beziehungsweise die deutschen Medien, die deutsche Regierung dazu bringen, dass sie darauf aufmerksam machen können und beziehungsweise das dementieren, was da gerade geschieht. Vor allem, dass im 21. Jahrhundert, in 2021, einfach so die Regierung das Internet kappen kann, finde ich, gehört sich in einer Demokratie nicht. Vor allem, dass die sanitäre Anlagen verbietet werden und Wasserzufuhr auch gekappt wird, gehört sich in einer Demokratie nicht. Vor allem, dass friedvoll protestierende Menschen mit Schlagstöcken, Tränengas begegnet werden, gehört in einer Demokratie nicht. Wenn Indien sich als größte Demokratie der Welt behauptet, sollten diese Regeln zumindest die normalen Menschenrechte eingehalten werden. Wir fordern auch nichts weiteres. Wir möchten nur, dass Sie ihren Teil dazu beitragen, wie auch damals in der Black Lives Matter Movement, dass sie einfach den Hashtag Farmers Protest und Sachen teilen, damit die Leute in der Außenwelt, auch hier in Europa, überhaupt erfahren, was da gerade in Indien geschieht. Weil diese Bedingungen dort sind einfach menschenrechtswidrig und da wird mit Menschenrechten umgegangen, beziehungsweise existieren da gar keine Menschenrechte. Deswegen möchten wir, dass die deutsche Regierung beziehungsweise die deutschen Medien auch darüber berichten und damit wir quasi die Regierung dazu bringen können, zumindest die Menschenrechte einzuhalten. Und dass mit dem eigenen Volk und den friedvoll protestierenden Menschen nicht so umgegangen wird. Vor allem, wir sehen ja hier in Deutschland, trotz Corona-Pandemie, der Corona-Regeln, dürfen wir hier friedvoll protestieren. Dafür sind wir dem Land Deutschland auch sehr dankbar und das gehört sich auch in der Demokratie. Aber Indien behauptet sich zwar als Demokratie, aber diese Regeln werden einfach den Menschen verboten, beziehungsweise verbietet das Land den Menschen das Recht auf ein friedvolles Protest. Und diesbezüglich sind wir auch alle hier, damit Sie Aufmerksamkeit erregen und jeder den Teil dazu beiträgt.
Vielen, vielen Dank, dass Sie alle Aufmerksamkeit zuhören und vor allem an Deutschland und den deutschen Behörden. ਹਾਂਜੀ, ਹੁਣ ਆਪਾਂ ਜੋ ਜਰਮਨ ਦੇ ਵਿੱਚ ਗੁਰਵਿੰਦਰ ਸਿੰਘ ਤੋਂ ਵਿਚਾਰ ਸੁਣੇ, ਹੁਣ ਮੈਂ ਭਾਈ ਦਵਿੰਦਰ ਸਿੰਘ ਜੀ ਗਲੋਟੀ ਨੂੰ ਬੇਨਤੀ ਕਰਦਾ ਕਿ ਉਹ ਅੱਜ ਦੇ ਮੁਜ਼ਾਹਰੇ ਪ੍ਰਤੀ ਆਪਣੇ ਵਿਚਾਰ ਰੱਖਣਗੇ। ਭਾਈ ਦਵਿੰਦਰ ਸਿੰਘ ਜੀ ਗਲੋਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਭਾਰਤ ਦੀ ਸਰਕਾਰ ਨੇ ਜੋ ਕਿਸਾਨਾਂ ਦੇ ਕਾਲੇ ਕਾਨੂੰਨ ਬਣਾਏ ਨੇ, ਜਿਸ ਦੇ ਨਾਲ ਉਹ ਸਾਡੀਆਂ ਜ਼ਮੀਨਾਂ ਤੇ ਸਾਡਾ ਭਵਿੱਖ, ਸਾਡੀ ਪੀੜ੍ਹੀ ਦਰ ਪੀੜ੍ਹੀ ਜੱਦੀ ਜਾਇਦਾਦ ਨੂੰ ਹੜਪਣ ਨੂੰ ਫਿਰਦੇ ਨੇ, ਉਸ ਦੇ ਵਿਰੁੱਧ ਤਕਰੀਬਨ ਪਿਛਲੇ 5-6 ਮਹੀਨਿਆਂ ਤੋਂ ਕਿਸਾਨ ਸੰਘਰਸ਼ ਕਰ ਰਹੇ ਨੇ ਤੇ 2 ਮਹੀਨਿਆਂ ਤੋਂ ਬਾਰਡਰ ਤੇ ਬੈਠੇ ਨੇ ਆਪਣੀਆਂ ਮੰਗਾਂ ਲਈ। ਤੇ ਹੈਰਾਨੀ ਦੀ ਗੱਲ ਆ, ਇਹ ਹੁਣ ਕਿਤੇ ਇੱਕ ਧੜੇ ਦਾ ਜਾਂ ਇੱਕ ਸੂਬੇ ਦਾ ਜਿਹੜਾ ਹੈਗਾ ਪ੍ਰੋਟੈਸਟ ਨਾ ਹੋ ਕੇ ਇਹ ਪੂਰੇ ਦੇਸ਼ ਦਾ, ਦੇਸ਼ ਵਿਆਪੀ ਤੇ ਆਮ ਜਨਤਾ ਦਾ ਸੰਘਰਸ਼ ਬਣ ਗਿਆ। ਪਰ ਕੰਨ ਦੇ ਸਰਕਾਰ ਦੇ ਕੰਨਾਂ ਦੇ ਜੋ ਤੱਕ ਨਹੀਂ ਸਰਕਦੀ। ਮੈਨੂੰ ਬੜੀ ਖੁਸ਼ੀ ਆ ਵੀ ਸਾਡੇ ਜਿਹੜੇ ਇੱਥੇ ਦੇ ਨੌਜਵਾਨ ਨੇ, ਉਹਨਾਂ ਨੇ ਇੱਕ ਉਪਰਾਲਾ ਕੀਤਾ, ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ। ਉਹਨਾਂ ਨੇ ਆਪਣੇ ਤੌਰ ਤੇ ਇੱਕ ਉਪਰਾਲਾ ਕੀਤਾ, ਆਪਣੇ ਸਕੂਲ ਦੇ ਜਿਹੜੇ ਕਲੀਗ ਨੇ ਉਹਨਾਂ ਨੂੰ ਲੈ ਕੇ ਇਹ ਜਿਹੜੀ ਜਰਮਨ ਦੇ ਲੋਕ ਨੇ ਉਹਨਾਂ ਨੂੰ ਇਸ ਸੰਘਰਸ਼ ਤੋਂ ਜਾਣੂ ਕਰਵਾਉਣ ਲਈ। ਜਿਸ ਤਰ੍ਹਾਂ ਕਿ ਰਿਆਨਾ ਨੇ ਇੱਕ ਟਵੀਟ ਕੀਤਾ, ਪੂਰੀ ਦੁਨੀਆ ਹਿੱਲ ਗਈ। ਇੱਥੋਂ ਏਦਾਂ ਲੱਗ ਰਿਹਾ ਸੀ ਜਿੱਦਾਂ ਭਾਰਤ ਸਰਕਾਰ ਨੂੰ ਤੋਪਾਂ ਟੈਂਕਾਂ ਦੀ ਬਜਾਏ ਇੱਕ ਟਵੀਟ ਦੀ ਮਾਰ ਬਣ ਗਈਆਂ ਹੋਣ। ਉਸ ਤੋਂ ਬਾਅਦ ਦੇ ਵਿੱਚ ਗ੍ਰੇਟਾ ਨੇ ਟਵੀਟ ਕੀਤਾ ਇੱਕ ਬਹੁਤ ਹੀ ਜੋ ਕੰਮ ਕਰਦੀ ਆ ਮਨੁੱਖਤਾ ਦੀ ਭਲਾਈ ਦੇ ਲਈ। ਇੱਥੋਂ ਤੱਕ ਉਸ ਸਰਕਾਰ ਦੇ ਕਰਿੰਦੇ ਜੋ ਭਗਵੇਂ ਨੇ, ਉਹਨਾਂ ਨੇ ਉਹਦੀਆਂ ਫੋਟੋਆਂ ਤੱਕ ਸਾੜੀਆਂ, ਉਸ 17 ਸਾਲ ਦੀ ਬੱਚੀ ਦੀਆਂ ਫੋਟੋਆਂ ਵੀ ਸਾੜੀਆਂ, ਜਿਹੜਾ ਸਾਡੇ ਲਈ ਬਹੁਤ ਸ਼ਰਮਿੰਦਗੀ ਆ। ਮੇਰੇ ਖਿਆਲ ਦੇ ਵਿੱਚ ਇਹਨਾਂ ਭਗਵਿਆਂ ਨੂੰ ਜਿਨ੍ਹਾਂ ਨੇ ਇਹ ਕਾਰੇ ਕੀਤੇ ਨੇ ਜਾਂ ਕਰਵਾਏ ਨੇ, ਉਹਨਾਂ ਨੂੰ ਲੱਖ ਦੀਆਂ ਲਾਹਨਤਾਂ ਸਾਨੂੰ ਪਾਉਣੀਆਂ ਚਾਹੀਦੀਆਂ ਨੇ, ਕਿਉਂਕਿ ਇਸ ਦੇ ਨਾਲ ਉਹਨਾਂ ਨੇ ਸਿਰਫ ਫੋਟੋ ਸਾੜੀ ਆ, ਉਹਦੇ ਨਾਲ ਜਿਹੜਾ ਸਾਡਾ ਅਕਸ ਇੱਕ ਇੰਡੀਅਨ ਹੋਣ ਦੇ ਨਾਤੇ ਖਰਾਬ ਹੋਣਾ, ਬਾਹਰ ਜਿਹੜਾ ਪ੍ਰਚਾਰ ਹੋਣਾ ਜਰਮਨ ਯੂਰਪ ਦੇ ਅਖਬਾਰਾਂ ਦੇ ਵਿੱਚ ਕਿ ਇੰਡੀਆ ਦੇ ਵਿੱਚ ਸਵੀਡਨ ਦੀ ਇੱਕ ਜਿਹੜੀ 17 ਸਾਲ ਦੀ ਲੜਕੀ ਜਿਹੜੀ ਬਹੁਤ ਜ਼ਿਆਦਾ ਲੋਕ ਭਲਾਈ ਦਾ ਕੰਮ ਕਰਦੀ ਆ, ਉਸ ਦੀ ਫੋਟੋ ਸਾੜੀ ਗਈ ਸਿਰਫ ਇਸ ਕਰਕੇ ਉਸਨੇ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਆ। ਸੋ ਇਹ ਬਹੁਤ ਸ਼ਰਮਨਾਕ ਕਾਰੇ ਨੇ ਭਾਰਤ ਸਰਕਾਰ ਦੇ। ਉਹਨਾਂ ਨੂੰ ਚਾਹੀਦਾ ਛੇਤੀ ਤੋਂ ਛੇਤੀ ਜਿਹੜੀਆਂ ਹੈਗੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਲੈਣ। ਚੰਗੀ ਗੱਲ ਆ, ਹਜੇ ਮੰਨ ਲੈਣ ਤਾਂ ਸ਼ਾਇਦ ਤਿੰਨਾਂ ਮੰਗਾਂ ਦੇ ਨਾਲ ਜਿਹੜਾ ਇਹ ਸੰਘਰਸ਼ ਆ ਉੱਥੋਂ ਖਤਮ ਹੋ ਜਾਵੇ। ਨਹੀਂ ਤਾਂ ਆਪਾਂ ਨੂੰ ਪਤਾ ਜਿੰਨਾ ਸੰਘਰਸ਼ ਲੰਬਾ ਜਾਊਗਾ, ਜਿੰਨੇ ਉਹਦੇ ਵਿੱਚ ਜ਼ਿਆਦਾ ਪ੍ਰੋਬਲਮਾਂ ਆਉਣਗੀਆਂ, ਉਸ ਹਿਸਾਬ ਨਾਲ ਮੰਗਾਂ ਵੀ ਵੱਧਦੀਆਂ ਜਾਣਗੀਆਂ। ਤੇ ਇੱਥੋਂ ਤੱਕ ਕਿ ਇਹ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੋਦੀ ਸਰਕਾਰ ਨਹੀਂ ਝੁਕਦੀ ਤਾਂ ਮੋਦੀ ਸਰਕਾਰ ਹਟਾਓ ਤੱਕ ਦੇ ਨਾਅਰੇ ਵੀ ਇੱਥੇ ਹੋਣੇ ਸ਼ੁਰੂ ਹੋ ਜਾਣਗੇ। ਸੋ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਨੌਜਵਾਨਾਂ ਦਾ ਜਿਨ੍ਹਾਂ ਨੇ ਅੱਜ ਇਹ ਪ੍ਰੋਗਰਾਮ ਕੀਤਾ। ਸਾਨੂੰ ਖੁਸ਼ੀ ਆ ਉਹਨਾਂ ਦਾ ਸਹਿਯੋਗ ਦੇਣ ਲਈ। ਤੇ ਅੱਜ ਆਪਾਂ ਇੱਥੇ ਖੜੇ ਆ, ਇਹਨਾਂ ਨੇ ਲਿਟਰੇਚਰ ਵੰਡਿਆ ਜਰਮਨ ਭਾਸ਼ਾ ਦੇ ਵਿੱਚ, ਉਹ ਲੰਘਦੇ ਕਰਦਿਆਂ ਨਾਲ ਗੱਲਾਂ ਕਰ ਰਹੇ ਨੇ, ਉਹਨਾਂ ਨੂੰ ਜਾਣੂ ਕਰਵਾ ਰਹੇ ਨੇ। ਜਿਸ ਤਰ੍ਹਾਂ ਰਿਆਨਾ ਤੇ ਗ੍ਰੇਟਾ ਤੇ ਹੋਰ ਬਹੁਤ ਸਾਰੇ ਫੁੱਟਬਾਲ ਖਿਡਾਰੀ ਇੰਟਰਨੈਸ਼ਨਲ ਲੈਵਲ ਦੇ ਇਸ ਸੰਘਰਸ਼ ਦੇ ਮਦਦ ਦੇ ਵਿੱਚ ਆਏ ਨੇ। ਜਰਮਨ ਦੇ ਵਿੱਚੋਂ ਵੀ ਅਸੀਂ ਮਦਦ ਜਿਹੜੀ ਇਕੱਠੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦਾ ਸਿਹਰਾ ਇਹਨਾਂ ਨੌਜਵਾਨਾਂ ਨੂੰ ਜਾਂਦਾ। ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਫੇਰ ਤੋਂ ਭਾਰਤ ਸਰਕਾਰ ਨੂੰ ਤੇ ਉਹਨਾਂ ਦੇ ਅਦਾਰਿਆਂ ਨੂੰ। ਜੇ ਕਿਤੇ ਸੁਣਦੇ ਹੋਣਗੇ ਜਾਂ ਉਹਨਾਂ ਤੱਕ ਮੈਸੇਜ ਜਾਊਗਾ ਤਾਂ ਉਹਨਾਂ ਨੂੰ ਇਹੀ ਆ ਵੀ ਤੁਸੀਂ ਇਹ ਕੋਸ਼ਿਸ਼ ਕਰੋ ਆਪਣੀ ਸਰਕਾਰ ਨੂੰ ਕਹਿਣ ਦੀ ਜਿੰਨੀ ਜਲਦੀ ਹੋ ਸਕੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਹ ਕਾਲੇ ਕਾਨੂੰਨ ਵਾਪਸ ਲੈ ਕੇ ਜਿਹੜੇ ਕਿਸਾਨ ਅੱਜ ਸੜਕਾਂ ਤੇ ਸੌਣ ਲਈ ਮਜਬੂਰ ਨੇ ਉਹ ਆਪਦੇ ਘਰਾਂ ਨੂੰ ਜਾਣ। ਇੰਨਾ ਕੁਝ ਕਹਿੰਦਾ ਹੋਇਆ ਕਿ ਮੈਂ ਜਾਜਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦਵਿੰਦਰ ਸਿੰਘ ਜੀ ਗਲੋਟੀ, ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਕਿ ਜੋ ਅੱਜ ਦਾ ਇਹ ਫਰੈਂਕਫਰਟ ਦੇ ਮੇਨ ਬਾਜ਼ਾਰ ਵਿੱਚ ਜੋ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਜੋ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਅੱਜ ਦੇ ਦਿਨ ਜੋ ਕਿਸਾਨਾਂ ਨੇ ਉੱਥੇ 26 ਤਰੀਕ ਤੋਂ ਬਾਅਦ ਜੋ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਹੋਈਆਂ ਹਨ ਤੇ ਉਹ ਉਲੰਘਣਾ ਦੇ ਖਿਲਾਫ
ਉਹਨਾਂ ਨੇ ਅੱਜ ਪੂਰੇ ਭਾਰਤ ਦੇ ਵਿੱਚ ਛੁੱਟੀ ਦਵਾ ਜੋ 12 ਵਜੇ ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ। ਉਸ ਪ੍ਰੋਗਰਾਮ ਦੇ ਤਹਿਤ ਇਹਨਾਂ ਜਰਮਨ ਦੇ ਨੌਜਵਾਨਾਂ ਨੇ ਅੱਜ ਉਸ ਹੀ ਪ੍ਰੋਟੈਸਟ ਦੇ ਤਹਿਤ ਇੱਥੇ ਫ੍ਰੈਂਕਫਰਟ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਰੱਖ ਕੇ ਕਿ ਜਰਮਨ ਦੇ ਲੋਕਾਂ ਨੂੰ ਇਹਨਾਂ ਦੀ ਬੋਲੀ ਦੇ ਇਹ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹ ਫ੍ਰੈਂਕਫਰਟ ਦਾ ਸਿਟੀ ਸੈਂਟਰ ਆ, ਉਲੰਘਣਾ ਦੀ ਪਰ ਕਿਉਂਕਿ ਲੋਕਡਾਊਨ ਕਰਕੇ ਹਾਰਡ ਲੋਕਡਾਊਨ ਕਰਕੇ ਲੋਕਾਂ ਨੂੰ ਬਿਨਾਂ ਮਾਸਕ ਤੋਂ ਘਰੋਂ ਆਉਣ ਤੇ ਵੀ ਪਾਬੰਦੀ ਆ ਤੇ ਬਹੁਤ ਘੱਟ ਰਸ਼ ਆ। ਦੁਕਾਨਾਂ ਬੰਦ ਹੋਣ ਕਰਕੇ ਸਟੋਰ ਬੰਦ ਨੇ, ਪਰ ਫਿਰ ਵੀ ਜੋ ਵੀ ਸਾਡਾ ਮੈਸੇਜ ਆ ਅਸੀਂ ਉਹ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਲੋਕਾਂ ਨੂੰ ਦੇਣ ਨੂੰ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਰੈਗੂਲਰ ਇਹੋ ਜਿਹੇ ਪ੍ਰੋਟੈਸਟ ਨੇ ਜਿਹੜੇ ਉਹ ਜਾਰੀ ਰੱਖਾਂਗੇ। ਇਹ ਇੱਕ ਨਵਾਂ ਅਸੀਂ ਤਜਰਬਾ ਕੀਤਾ ਸੀਗਾ, ਪਹਿਲਾਂ ਭਾਰਤੀ ਐਮਬੈਸੀ ਕੋਲੇ ਕਰਦੇ ਰਹੇ ਆ ਮੁਜ਼ਾਹਰਾ, ਤਾਂ ਅੱਜ ਅਸੀਂ ਕੋਸ਼ਿਸ਼ ਕੀਤੀ ਸੀ ਸਿਟੀ ਸੈਂਟਰ ਦੇ ਵਿੱਚ ਜਿੱਥੇ ਆਮ ਲੋਕਾਂ ਦਾ ਆਉਣ ਜਾਣ ਆ ਉੱਥੇ ਖੜ ਕੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਈਏ ਤੇ ਉਹਨਾਂ ਨੂੰ ਦੱਸੀਏ ਕਿ ਜਿਸ ਤਰ੍ਹਾਂ ਰਿਆਨਾ, ਗ੍ਰੇਟਾ ਤੇ ਹੋਰ ਬੱਚੀਆਂ ਨੇ ਸਾਡੇ ਸੰਘਰਸ਼ ਦੇ ਲਈ ਆਵਾਜ਼ ਇਕੱਠੀ ਕਰੀ ਆ, ਬੋਲੇ ਨੇ। ਉਸੇ ਤਰੀਕੇ ਦੇ ਨਾਲ ਸ਼ਾਇਦ ਜਰਮਨ ਦੇ ਵਿੱਚੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕੁਝ MPs ਤੇ ਹੋਰ ਕੁਝ ਜੋ ਵੀ ਇੱਥੇ ਵਿਚਰਦੇ ਲੋਕ ਨੇ ਜਿਹੜੇ ਪ੍ਰੋਮੀਨੈਂਟ ਨੇ ਉਹ ਸਾਡੇ ਸੰਘਰਸ਼ ਦੇ ਬਾਰੇ ਦੇ ਵਿੱਚ ਇਕੱਠੇ ਹੋਣ ਤੇ ਸਾਡੇ ਵਿੱਚ ਜਿੱਥੇ ਸਾਡੇ ਨਾਲ ਦੇਖੋ ਇਹ ਨੌਜਵਾਨ ਜਿਹੜੇ ਬੱਚੇ ਨੇ ਬੱਚੀਆਂ ਨੇ ਇਹ ਪੂਰੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਚੋਂ ਜਿੱਦਾਂ ਇੱਥੇ ਆਏ ਨੇ। ਸਾਰੇ ਪੰਜਾਬੀ ਨਹੀਂ ਮੈਂ ਕਹਿ ਸਕਦਾ ਇਹਨਾਂ ਨੂੰ, ਇਸ ਕਿਉਂਕਿ ਇਹ ਜਿਹੜਾ ਸੰਘਰਸ਼ ਆ ਇਹ ਸਿਰਫ ਪੰਜਾਬੀਆਂ ਦਾ ਵੀ ਬਿਲਕੁਲ ਨਹੀਂ ਹੈਗਾ, ਪੂਰੇ ਦੇਸ਼ ਦਾ ਇਹ ਜਿਹੜਾ ਹੈਗਾ ਸੰਘਰਸ਼ ਆ, ਸਾਰੇ ਕਿਸਾਨਾਂ ਦਾ ਸੰਘਰਸ਼ ਆ, ਸਾਰੇ ਮਜ਼ਦੂਰਾਂ ਦਾ ਸੰਘਰਸ਼ ਆ। ਤੇ ਅਸੀਂ ਇਸ ਸੰਘਰਸ਼ ਦੇ ਵਿੱਚ ਇੱਕ ਕਿਸਾਨ ਤੇ ਮਜ਼ਦੂਰ ਦੇ ਤੌਰ ਤੇ ਸ਼ਮੂਲੀਅਤ ਕਰਦੇ ਆ ਤੇ ਸਾਰੇ ਇੱਕ ਪਲੇਟਫਾਰਮ ਤੇ ਖੜ ਕੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੀ ਸਰਕਾਰ ਆ ਉਹ ਜਿੰਨੀ ਜਲਦੀ ਹੋ ਸਕੇ ਉਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨੇ ਤੇ ਕਿਸਾਨ ਜਿਹੜਾ ਅੰਨਦਾਤਾ ਜੋ ਆਪਣੀਆਂ ਜ਼ਮੀਨਾਂ ਨੂੰ ਸੁੰਨੇ ਛੱਡ ਕੇ ਪਿੰਡਾਂ ਦੇ ਵਿੱਚੋਂ ਦਿੱਲੀ ਡੇਰੇ ਲਾਈ ਬੈਠਾ ਉਹ ਆਪਦੇ ਘਰਾਂ ਨੂੰ ਜਾਵੇ। ਬਜ਼ੁਰਗ ਜਿਨ੍ਹਾਂ ਦੀ ਇਸ ਵੇਲੇ ਆਰਾਮ ਕਰਨ ਦੀ ਜਿਹੜੀ ਹੈਗੀ ਉਮਰ ਆ ਉਹ ਅੱਜ ਵੀ ਟਰਾਲੀਆਂ ਦੇ ਵਿੱਚ ਸੌਂਦੇ ਨੇ ਇੰਨੀ ਠੰਡ ਦੇ ਵਿੱਚ। ਬੱਚੇ ਛੋਟੇ ਜਿਨ੍ਹਾਂ ਨੇ ਖੇਡਣਾ, ਸਕੂਲ ਜਾਣਾ, ਉਹ ਵੀ ਉੱਥੇ ਸੌਂ ਰਹੇ ਨੇ ਤੇ ਉਹ ਵੀ ਆਪਦੇ ਘਰਾਂ ਨੂੰ ਜਾਣ। ਤੇ ਇਹ ਸਾਡੇ ਬੁਨਿਆਦੀ ਹੱਕ ਨੇ, ਨਾ ਕਿ ਇਹ ਸਾਨੂੰ ਕੋਈ ਉਹਨਾਂ ਨੇ ਦਾਨ ਕਰਨਾ। ਤੇ ਬੱਚੇ ਥੋੜ੍ਹੇ ਜਿਹੇ ਬੋਲਣ ਤੋਂ ਸਿੰਗਾਉਂਦੇ ਨੇ ਤੇ ਕੋਸ਼ਿਸ਼ ਕਰਾਂਗੇ ਜਦੋਂ ਦੁਬਾਰਾ ਫੇਰ ਯੂਰਪ ਦੇ ਵਿੱਚ, ਜਰਮਨ ਦੇ ਵਿੱਚ ਕੋਈ ਵੀ ਪ੍ਰੋਟੈਸਟ ਹੋਊਗਾ ਉਹ ਵੀ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਆਸ ਕਰਦੇ ਹਾਂ ਤੁਸੀਂ ਇਹ ਮਹਿਸੂਸ ਕਰਦੇ ਹੋਵੋਗੇ ਜੋ ਵੀ ਸਾਨੂੰ ਭਾਰਤ ਦੇ ਵਿੱਚ ਜਾਂ ਕਿਸੇ ਵੀ ਹੋਰ ਇਲਾਕੇ 'ਚ ਬੈਠੇ ਇਸ ਨੂੰ ਦੇਖ ਰਹੇ ਨੇ, ਜ਼ਰੂਰ ਮਹਿਸੂਸ ਕਰਦੇ ਹੋਣਗੇ। ਜੇ ਤੁਸੀਂ ਅੱਜ ਟਰਾਲੀਆਂ ਦੇ ਵਿੱਚ ਜਾਂ ਕਿਤੇ ਬਾਹਰ ਬੈਠੇ ਹੋ ਤਾਂ ਅਸੀਂ ਤੁਹਾਡੇ ਪੁੱਤਰ, ਤੁਹਾਡੇ ਧੀਆਂ ਪੁੱਤਰ ਜਿੰਨੇ ਨੇ ਵੀ ਇੱਥੇ ਬੈਠੇ ਨੇ ਉਹ ਸਾਰੇ ਤੁਹਾਡੇ ਨਾਲ ਨੇ। ਉਹ ਵੀ ਸਾਰੇ ਸੜਕਾਂ ਤੇ ਬਾਹਰ ਖੜੇ ਨੇ, ਤੁਹਾਡੇ ਹਰ ਇੱਕ ਦੁੱਖ ਸੁੱਖ ਨੂੰ ਮਹਿਸੂਸ ਕਰਦੇ ਨੇ, ਤੁਹਾਨੂੰ ਤੁਹਾਡੇ ਹੱਕ ਦਿਵਾਉਣ ਦੇ ਲਈ ਉਹ ਬਰਾਬਰ ਖੜੇ ਨੇ। Und das wollte ich sagen für die Regierung von Deutschland, was wir Problem haben für die Deutschland, für die Indien, ganze Region, nicht nur Punjab Provinz, das ist für ganz Indien, was die Agra Gesetz, was ਜਿਸ ਤਰ੍ਹਾਂ ਨੌਜਵਾਨ ਨੇ ਜਿਹੜੇ ਇਹ ਕੋਸ਼ਿਸ਼ ਕਰਦੇ ਨੇ ਲੰਘੇ ਜਾਂਦੇ ਕਰਦਿਆਂ ਨੂੰ ਗੱਲਬਾਤ ਕਰਨ ਦੀ ਤੇ ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਆਪਣੀ ਬੋਲੀ ਦੇ ਵਿੱਚ ਦੱਸਣ ਦੀ ਤੇ ਲੋਕੀ ਬਹੁਤ ਉਤਸੁਕਤਾ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ, ਉਹਨਾਂ ਤੋਂ ਪੁੱਛ ਵੀ ਰਹੇ ਨੇ। ਤੇ ਜੇ ਮੈਂ ਗਲਤ ਨਹੀਂ ਤਾਂ ਭਾਰਤ ਸਰਕਾਰ ਨੂੰ ਜਿੰਨਾ ਕੁ ਉਹਨਾਂ ਨੂੰ ਸਮਝ ਲੱਗਦੀ ਆ ਫਿਲਹਾਲ ਪਹਿਲੇ ਝਟਕੇ ਦੇ ਵਿੱਚ ਲਾਹਨਤਾਂ ਵੀ ਪਾ ਰਹੇ ਨੇ, ਕਿਉਂਕਿ ਉਹ ਇਹ ਚੀਜ਼ ਤੋਂ ਸਮਝ ਨਹੀਂ ਰਹੇ ਕਿ ਇੱਕ
4 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦਾ ਬਜ਼ੁਰਗ ਟਰਾਲੀਆਂ ਦੇ ਵਿੱਚ ਸੁੱਤਾ ਪਿਆ, ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹਦੀ ਰੱਖਿਆ ਦੇ ਲਈ ਚੁਣਿਆ ਗਿਆ, ਤਾਂ ਉਹ ਕਿਵੇਂ ਆਰਾਮ ਦੇ ਨਾਲ ਇੱਕ ਵੀ ਸ਼ਬਦ ਬੋਲੇ ਬਿਨਾਂ ਰਹਿ ਸਕਦਾ। ਸੋ ਜਿਸ ਤਰ੍ਹਾਂ ਹੁਣ ਦੁਬਾਰਾ ਫੇਰ ਮੀਂਹ ਦੀ ਜਿਹੜੀ ਹੈਗੀ ਆ ਸ਼ੁਰੂਆਤ ਹੋਣ ਲੱਗੀ ਆ, ਸਾਰੇ ਜਿਹੜੇ ਹੈਗੇ ਨੇ ਆਪਦੇ ਆਪ ਨੂੰ ਉਹਨਾਂ ਨੇ ਇੱਕ ਛੱਤ ਆ ਛੋਟੀ ਜਿਹੀ ਉਹਦੇ ਥੱਲੇ ਖੜਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਜ਼ਿਆਦਾ ਠੰਡ ਆ ਤੇ ਫਿਰ ਵੀ ਉਹ ਕੋਸ਼ਿਸ਼ ਕਰਦੇ ਨੇ ਵੀ ਆਪਾਂ ਜਿਹੜਾ ਹੈਗਾ ਆਪਦੇ ਆਪ ਨੂੰ ਬੈਲੈਂਸ 'ਚ ਰੱਖ ਕੇ ਆਪਦਾ ਸੁਨੇਹਾ ਸਰਕਾਰ ਤੱਕ ਪਹੁੰਚਦਾ ਕਰਨਾ, ਆਪਦੇ ਲੋਕਾਂ ਤੱਕ ਪਹੁੰਚਦਾ ਕਰਨਾ। ਇਸ ਲਈ ਦੱਸਣ ਲਈ ਵੀ ਤੁਸੀਂ ਆਪਦੇ ਆਪ ਨੂੰ ਇਕੱਲੇ ਨਾ ਸਮਝੋ, ਅਸੀਂ ਬੇਸ਼ੱਕ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਪਰ ਅਸੀਂ ਤੁਹਾਡੇ ਨਾਲ ਆ ਹਰ ਕਦਮ, ਤਨ ਮਨ ਤੇ ਧਨ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀਰ ਬਹਾਦਰ ਸਿੰਘ ਨੇ ਜੋ ਅੱਜ ਦੇ ਪ੍ਰੋਟੈਸਟ ਬਾਰੇ ਜਰਮਨ ਵਿੱਚ ਦੱਸਿਆ ਹੈ। ਹੁਣ ਵੀਰ ਪਲਵਿੰਦਰ ਸਿੰਘ ਉਹ ਆਪਣੇ ਵਿਚਾਰ ਰੱਖੇਗਾ। ਵੀਰ ਪਲਵਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿੰਨੇ ਵੀ ਆਪਣਾ ਟਾਈਮ ਕੱਢ ਕੇ ਅੱਜ ਇਸ ਦਾ ਹਿੱਸਾ ਬਣੇ ਨੇ, ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ। ਤੇ ਇਸ ਮੰਚ ਦੇ ਇਕੱਠੇ ਹੋਣ ਲਈ ਤੇ ਜੋ ਆਪਾਂ ਅੱਜ ਪ੍ਰੋਟੈਸਟ ਕਿਸਾਨ ਵਰਸਸ ਮੋਦੀ ਹੋ ਰਿਹਾ ਤੇ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਬਹੁਤ ਗਲਤ ਵਰਤਾਅ ਕਰ ਰਹੀ ਆ ਤੇ ਪਾਣੀ ਬੰਦ ਕਰਤਾ ਕਿਸਾਨਾਂ ਦਾ, ਇੰਟਰਨੈਟ ਬੰਦ ਕਰਤਾ ਕਿਸਾਨਾਂ ਦਾ, ਜੋ ਕਿ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਦਿੱਲੀ ਦੇ ਵਿੱਚ। ਜੋ 26 ਜਨਵਰੀ ਨੂੰ ਟਰੈਕਟਰ ਰੈਲੀ ਹੋਈ ਆ, ਬੜੀ ਪੀਸਫੁਲ ਰੈਲੀ ਹੋ ਰਹੀ ਸੀ ਤੇ ਕਿਸੇ ਵੀ ਵੀਰ ਨੇ ਵਾਇਲੈਂਸ ਨਹੀਂ ਕੀਤਾ। ਇਸ ਕੇ ਉਹ ਲਾਲ ਕਿਲੇ ਵਾਲੀ ਸਾਈਡ ਤੇ ਜੋ ਮੇਰੇ ਵੀਰ ਗਏ ਨੇ, ਉਹ ਵੀ ਇੱਕ ਗਵਰਨਮੈਂਟ ਨੇ ਆਪ ਸੋਚੀ ਸਮਝੀ ਸਾਜ਼ਿਸ਼ ਨਾਲ ਉਧਰ ਨੂੰ ਗਵਰਨਮੈਂਟ ਨੇ ਭੇਜੇ ਨੇ ਕਿ ਸੱਤਾ ਜਿਹੜਾ ਸਹੀ ਰੂਪ ਸੀ ਉਹਨੂੰ ਬੰਦ ਕੀਤਾ ਗਿਆ। ਸਮੇਂ ਤੋਂ ਬਾਅਦ ਉਹਨੂੰ ਬੋਲਿਆ, ਜਿਸ ਤਰ੍ਹਾਂ ਟਾਈਮ ਦਿੱਤਾ ਸੀ ਉਸ ਟਾਈਮ ਉਹ ਰੂਟ ਬੰਦ ਸੀ। ਉਹ ਤੋਂ ਬਾਅਦ ਸਾਡੇ ਨੌਜਵਾਨਾਂ ਦੇ ਜੋਸ਼ ਹੋਸ਼ ਨਾਲ ਨਜਾਇਜ਼ ਧੱਕਾ ਦਿੱਤਾ ਗਿਆ ਤਾਂ ਕਿ ਉਹ ਇਹਨਾਂ ਨੂੰ ਮੌਕਾ ਮਿਲੇ ਤੇ ਸਾਡੇ ਖਿਲਾਫ ਕੁਝ ਬੋਲਣ ਦਾ। ਚਲੋ ਫਿਰ ਵੀ ਜੋ ਹੋਇਆ ਠੀਕ ਆ, ਪਰਮਾਤਮਾ ਦੀ ਕਿਰਪਾ ਨੇ ਸੰਘਰਸ਼ ਨੂੰ ਫਿਰ ਉਸੇ ਹਿੱਲੀ ਦੇ ਪਾਤਾ। ਡਕੈਤ ਸਾਹਿਬ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ, ਜਿਹਦੇ ਹੰਝੂਆਂ ਨੇ ਉਸ ਮੌਕੇ ਦੇ ਵਿੱਚ ਦੁਬਾਰਾ ਜੋਰ ਭਰਤਾ। ਹਰ ਭੈਣ ਭਰਾ, ਹਰ ਵੀਰ ਡਕੈਤ ਸਾਹਿਬ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਜਿਸਨੇ ਇਸ ਧਰਨੇ ਨੂੰ ਮੁੜ ਜਾਨ ਪਾਤੀ। ਤੇ ਇਸ ਕਰਕੇ ਵੀਰੋ, ਜੋ ਵੀ ਆਪਣੇ ਪਿੰਡ ਦੇ ਬੰਦੇ ਨੇ, ਜੋ ਜਿਸ ਪਿੰਡ ਨੂੰ ਤੁਸੀਂ ਬਿਲੋਂਗ ਕਰਦੇ ਹੋ, ਸਾਰਿਆਂ ਦਾ ਸਹਿਯੋਗ ਦਿਓ। ਸਾਰੇ ਪਿੰਡਾਂ ਦੇ ਵਿੱਚ ਇਹੀ ਬੇਨਤੀ ਕਰੋ ਵੀ NRI ਵੀਰਾਂ ਵੱਲੋਂ ਫੁੱਲ ਸਪੋਰਟ ਆ। ਮੈਂ ਜ਼ਿਲ੍ਹਾ ਲੁਧਿਆਣਾ, ਤਹਿਸੀਲ ਸਮਰਾਲਾ, ਪਿੰਡ ਹਰਿਓਂ ਕਲਾਂ ਤੋਂ ਬਿਲੋਂਗ ਕਰਦਾ। ਮੇਰਾ ਵੀ ਇਹੀ ਸੁਨੇਹਾ ਮੇਰੇ ਪਿੰਡ ਵਾਲਿਆਂ ਨੂੰ ਵੀ ਜੋ ਸਾਡੇ ਗਰਾਹਾਂ ਵਾਲੇ ਦੇ ਲਾਈਵ ਚੱਲਦਾ, ਲਾ ਦੇ 2 ਮਿੰਟ। ਪਹਿਲਾਂ ਵੀ ਖੜੇ ਸੀ, ਹੁਣ ਵੀ ਖੜਾਂਗੇ। ਸਾਡੀ ਪੂਰੀ ਹਮਾਇਤ ਆ ਪਿੰਡ ਵਾਲਿਆਂ ਦੇ ਨਾਲ। ਇਹੀ ਇਹਨਾਂ ਨੂੰ